ਨਮਸਕਾਰ, ਮੈਂ ਹਾਂ ਜਯਾ ਸਿਨਹਾ। ਤੁਹਾਡੇ ਸਾਰਿਆਂ ਦਾ ਸਵਾਗਤ ਹੈ ਸਾਡੀ ਇਸ ਖਾਸ ਪੇਸ਼ਕਸ਼ ਸਾਡੇ ਪਦਮ 'ਚ। ਅੱਜ ਸਾਡੇ ਖਾਸ ਮਹਿਮਾਨ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਆਪਣੀ ਦੇਸ਼ ਸੇਵਾ ਲਈ, ਸਮਾਜ ਸੇਵਾ ਲਈ, ਸਮਾਜਿਕ ਕੰਮਾਂ ਲਈ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਅਣਜਾਣ ਲੋਕਾਂ ਦੀ ਸੇਵਾ ਦੇ ਲਈ। ਜੀ ਹਾਂ, ਇਹ ਉਹ ਲੋਕ ਨੇ ਜਿਨ੍ਹਾਂ ਦੇ ਨਿਸਵਾਰਥ ਸਮਰਪਣ ਨੇ, ਨਿਸਵਾਰਥ ਸੇਵਾ ਨੇ ਇੱਕ ਇਸ ਤਰ੍ਹਾਂ ਦੀ ਮਿਸਾਲ ਕੰਮ ਕੀਤੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਨੂੰ ਯਾਦ ਕਰਨਗੀਆਂ। ਸਧਾਰਨ ਲੋਕਾਂ ਦੇ ਅਸਧਾਰਨ ਜਜ਼ਬੇ ਅਤੇ ਸਫ਼ਰ ਦੀ ਕਹਾਣੀ ਸਾਡੇ ਪਦਮ। ਇਹ ਕਿਤਾਬਾਂ ਪੂਰੀ ਦੁਨੀਆ ਨੂੰ ਆਪਣੇ ਆਪ ਵਿੱਚ ਸਮੇਟ ਲੈਂਦੀਆਂ ਨੇ। ਸਮੇਂ ਦੇ ਨਾਲ-ਨਾਲ ਅਕਸਰ ਕਈ ਚੀਜ਼ਾਂ ਅਲੋਪ ਹੋ ਜਾਂਦੀਆਂ ਨੇ। ਉਹ ਸਾਰੀਆਂ ਚੀਜ਼ਾਂ ਵੀ ਇਹਨਾਂ ਕਿਤਾਬਾਂ ਦੇ ਪੰਨਿਆਂ 'ਚ ਕੈਦ ਹੋ ਜਾਂਦੀਆਂ ਨੇ। ਆਪਣੀਆਂ ਜੜ੍ਹਾਂ ਨੂੰ ਵਾਪਸ ਜਾਣਾ, ਉਹਨਾਂ ਨੂੰ ਸਹੇਜਣਾ, ਉਹਨਾਂ ਨੂੰ ਸੁਰੱਖਿਅਤ ਰੱਖਣਾ ਅੱਜ ਬੇਹੱਦ ਜ਼ਰੂਰੀ ਹੋ ਗਿਆ ਹੈ। ਅਤੇ ਇਹੀ ਕਾਰਨ ਹੈ ਕਿ ਡਾਕਟਰ ਰਾਮਕੋਈ ਵਾਂਗਬੇ ਨੂੰ ਹੀਰੋ ਆਫ ਹੈਰਾਕਾ ਕਿਹਾ ਜਾਂਦਾ ਹੈ। ਜੀ ਹਾਂ, ਹੈਰਾਕਾ ਧਰਮ ਦੇ ਲਈ ਉਹਨਾਂ ਨੇ ਆਪਣੇ ਪੂਰੇ ਜੀਵਨ ਨੂੰ ਸਮਰਪਿਤ ਕਰ ਦਿੱਤਾ। ਹੈਰਾਕਾ ਅੰਦੋਲਨ ਦੇ ਇੱਕ ਬਹੁਤ ਹੀ ਸਰਗਰਮ ਅਤੇ ਗਤੀਸ਼ੀਲ ਨੇਤਾ ਉਹ ਮੰਨੇ ਜਾਂਦੇ ਨੇ। ਇਸ ਦੇ ਪਰੰਪਰਿਕ ਸੱਭਿਆਚਾਰ ਨੂੰ ਸੁਰੱਖਿਅਤ ਕਰਨ ਲਈ ਉਹਨਾਂ ਨੇ ਆਪਣੇ ਜੀਵਨ ਦੀ ਪੂਰੀ ਪੂੰਜੀ ਲਗਾ ਦਿੱਤੀ। ਨਾਲ ਦੇ ਨਾਲ ਉਹਨਾਂ ਨੇ ਸਿੱਖਿਆ ਲਈ ਵੀ ਬਹੁਤ ਕੰਮ ਕੀਤਾ ਹੈ। ਕਈ ਪ੍ਰਾਥਮਿਕ ਵਿਦਿਆਲੇ ਖੋਲ੍ਹੇ ਨੇ ਅਤੇ ਲੜਕੀਆਂ ਤੇ ਮਹਿਲਾਵਾਂ ਵਾਸਤੇ ਸਿੱਖਿਆ ਲਈ ਉਹ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ। ਡਾਕਟਰ ਰਾਮਕੋਈ ਵਾਂਗਬੇ ਦੀਮਾ ਹਸਾਓ ਜ਼ਿਲ੍ਹੇ ਦੇ ਪ੍ਰਸਿੱਧ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਨੇ। ਉਹਨਾਂ ਨੇ ਆਪਣਾ ਪੂਰਾ ਜੀਵਨ ਅਲੋਪ ਹੋ ਚੁੱਕੇ ਹੈਰਾਕਾ ਧਰਮ ਦੀ ਸੁਰੱਖਿਆ ਲਈ ਸਮਰਪਿਤ ਕਰ ਦਿੱਤਾ। ਡਾਕਟਰ ਰਾਮਕੋਈ ਵਾਂਗਬੇ ਨੇ ਸਿੱਖਿਆ ਦੇ ਖੇਤਰ 'ਚ ਬਹੁਤ ਵਧੀਆ ਕੰਮ ਕੀਤਾ। ਉਹਨਾਂ ਨੇ 10 ਪ੍ਰਾਥਮਿਕ ਸਕੂਲਾਂ ਦੀ ਸਥਾਪਨਾ ਕੀਤੀ ਅਤੇ ਮਹਿਲਾਵਾਂ ਲਈ ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ। जो काम किया इतना साल से, मैं अपना कर्तव्य हिसाब से काम किया था। इसके लिए तो नहीं किया, फिर भी अभी भारत सरकार ने मुझे रिकॉग्निशन दिया और आपको ये पद्म श्री के लिए चुना गया। इसके लिए भारत सरकार को, खास करके मोदी सरकार को मैं बहुत धन्यवाद देता हूँ। मेरा पिताजी भी सोशल वर्क करता था, तो उनसे पता चला समाज ठीक होने से अपना भी ठीक रहता है। तो हमारा जो जेमी समाज है असम में, नागालैंड में, मणिपुर में बहुत बैकवर्ड रहा, खास करके शिक्षा में। और ये हमारे जो दिमा हसाओ अपने जगह में शिक्षा बोलने से महिला शिक्षा नहीं देता, खाली पुरुष कराता है, लड़का को शिक्षा देता है, लड़की को नहीं देता। मैंने उसको रीज़न ढूंढा क्यों, तो बोला लड़की पढ़ाई करने के बाद लड़का के साथ चल जाएगा, हमारा क्या लाभ होगा। इतना छोटा से पाल फूल करा तो कुछ दिन है तो उसको कुछ तो माँ बाप को सेवा करना उचित समझता है। इसके लिए हम लोग लड़की को नहीं देता। मैंने बहुत कोशिश किया, ना ये तो नहीं होगा, लड़का लड़की बराबर होने चाहिए। अभी देखा है, हम जिंदा रहते देखा है, देखने को मिला, तो लड़का से भी लड़की बहुत आगे बढ़ा शिक्षा में, तो मुझे बहुत खुशी लगा। ਡਾਕਟਰ ਰਾਮਕੋਈ ਵਾਂਗਬੇ ਨੇ ਹੈਰਾਕਾ ਲੋਕਾਂ ਦੇ ਵਿਰਾਸਤੀ ਸੱਭਿਆਚਾਰ ਨੂੰ ਸੁਰੱਖਿਅਤ ਅਤੇ ਵਧਾਵਾ ਦੇਣ ਲਈ ਪ੍ਰਚਾਰ ਮੁਹਿੰਮ ਚਲਾਈ। ਉਹਨਾਂ ਨੇ ਟਿੰਗ ਵਾਂਗ ਹਿੰਗੜੇ ਦੇ ਲੇਖ ਵਿੱਚ ਵੀ ਅਹਿਮ ਭੂਮਿਕਾ ਨਿਭਾਈ, ਜਿਸ ਨੂੰ ਹੈਰਾਕਾ ਧਰਮ ਦੇ ਧਾਰਮਿਕ ਪਾਠ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਡਾਕਟਰ ਰਾਮਕੋਈ ਵਾਂਗਬੇ ਨੂੰ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਚਲਦੇ ਹੀਰੋ ਆਫ ਹੈਰਾਕਾ ਵੀ ਬੁਲਾਇਆ ਜਾਂਦਾ ਹੈ। रामकोई वांगबे जो असम में है और महिलाओं के विकास के लिए काम करना, और इसी के लिए उनको सम्मानित किया भारत सरकार ने। माननीय राष्ट्रपति जी ने पद्मश्री दिया। तो आज देश की सबसे बड़ी आवश्यकता माताओं बहनों का सशक्तिकरण है, और इस क्षेत्र में उन्होंने जो उल्लेखनीय कार्य किया, हम उनको बधाई भी देते हैं, शुभकामनाएं भी देते हैं। और हम सोचते हैं कि इस तरह का कार्य उनसे प्रेरणा लेकर के भारत के सभी प्रांतों में, जिलों में शुरू। ਡਾਕਟਰ ਰਾਮਕੋਈ ਵਾਂਗਬੇ ਨੇ ਸ਼ੁਰੂਆਤੀ ਦਿਨਾਂ 'ਚ ਸੁਤੰਤਰਤਾ ਸੈਨਾਨੀ ਰਾਣੀ ਮਾਂ ਗਾਈਦੀ ਨਲੀਓ ਦੇ ਇੱਕ ਨਿੱਜੀ ਸਹਾਇਕ ਦੇ ਰੂਪ ਵਿੱਚ ਕੰਮ ਕੀਤਾ। ਉਹਨਾਂ ਨੂੰ ਰਾਣੀ ਮਾਂ ਦੇ ਕਰੀਬੀ ਸਹਿਯੋਗੀ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਆਉਣ ਵਾਲੀ ਪੀੜ੍ਹੀ ਨੂੰ ਸਾਡੀ ਸਮ੍ਰਿੱਧ ਵਿਰਾਸਤ ਨਾਲ ਰੂਬਰੂ ਕਰਵਾਉਣ ਲਈ
ਬਹੁਤ ਮਹੱਤਵਪੂਰਨ ਹੈ ਕਿ ਸਾਡੇ ਇਤਿਹਾਸਿਕ ਦਸਤਾਵੇਜ਼ਾਂ, ਪੁਰਾਣਾ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਕੀਤਾ ਜਾਵੇ, ਉਹਨਾਂ ਦਾ ਦਸਤਾਵੇਜ਼ੀਕਰਨ ਹੋਵੇ। ਇਸ ਕੜੀ 'ਚ ਡਾਕਟਰ ਰਾਮਕੁਈ ਵਾਂਗਵੇ ਸਾਰਿਆਂ ਨੂੰ ਰਸਤਾ ਦਿਖਾ ਰਹੇ ਨੇ। ਸਮਾਜਿਕ ਕਾਰਜਕਰਤਾ ਰਾਮਕੁਈ ਵਾਂਗਵੇ ਨੂੰ ਪਦਮ ਪੁਰਸਕਾਰ ਲਈ ਹਾਰਦਿਕ ਸ਼ੁਭਕਾਮਨਾਵਾਂ। 80 ਦੇ ਦਹਾਕੇ ਦੇ ਅਖੀਰ 'ਚ ਜਦੋਂ ਤ੍ਰਿਪੁਰਾ 'ਚ ਅੱਤਵਾਦ ਆਪਣੇ ਚਰਮ ਤੇ ਸੀ, ਇੱਕ ਸਧਾਰਨ ਵਿਅਕਤੀ ਨੇ ਆਪਣੇ ਅਸਧਾਰਨ ਸਾਹਸ ਅਤੇ ਦ੍ਰਿੜ ਵਿਸ਼ਵਾਸ ਨਾਲ ਸ਼ਕਤੀਸ਼ਾਲੀ ਅੱਤਵਾਦੀਆਂ ਵਿਰੁੱਧ ਵੱਡੇ ਪੱਧਰ ਤੇ ਮੁਹਿੰਮ ਚਲਾਈ। ਬਿਕਰਮ ਬਹਾਦਰ ਜਮਾਤੀਆ, ਜਿਨ੍ਹਾਂ ਨੇ ਅੱਤਵਾਦੀਆਂ ਖਿਲਾਫ ਜਨਜਾਤੀय ਅੰਦੋਲਨ ਨੂੰ ਵਧਾਉਣ ਲਈ ਇੱਕ ਬੇहद ਮਹੱਤਵਪੂਰਨ ਭੂਮਿਕਾ ਨਿਭਾਈ। ਬਿਕਰਮ ਬਹਾਦਰ ਨੇ ਜਮਾਤੀਆ ਸਮੁਦਾਇ ਦੀ ਸੁਰੱਖਿਆ ਅਤੇ ਉન્નਤੀ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ। ਤ੍ਰਿਪੁਰਾ 'ਚ ਸ਼ਾਂਤੀ ਸਥਾਪਨਾ ਦੇ ਲਈ ਅੱਤਵਾਦੀ ਸੋਚ ਤੋਂ ਲੋਕਾਂ ਨੂੰ ਹਟਾ ਕੇ ਮੁੱਖ ਧਾਰਾ 'ਚ ਜੋੜਨ ਦਾ ਅਸਧਾਰਨ ਕੰਮ ਕਰਨ ਵਾਲੇ ਕੋਵਾਈ ਜ਼ਿਲ੍ਹੇ ਦੇ 86 ਵਰਿਆਂ ਦੇ ਬਿਕਰਮ ਬਹਾਦਰ ਜਮਾਤੀਆ ਨੇ ਤ੍ਰਿਪੁਰਾ ਦੇ ਜਮਾਤੀਆ ਸਮੁਦਾਇ ਦੇ ਵਿਕਾਸ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ। ਉਹਨਾਂ ਨੇ ਜਮਾਤੀਆ ਸਮੁਦਾਇ ਦੇ ਲੋਕਾਂ ਵਿੱਚ ਵਿਦਰੋਹ ਦੀ ਭਾਵਨਾ ਨੂੰ ਬਦਲ ਕੇ ਉਹਨਾਂ ਦੇ ਵਿਚਾਰਾਂ 'ਚ ਬਦਲਾਅ ਲਿਆਉਣ ਦਾ ਬਹੁਤ ਵੱਡਾ ਕੰਮ ਕੀਤਾ। ਨਾਲ ਹੀ ਜਨਜਾਤੀय ਸਮੁਦਾਇ ਦਾ ਵਿਸ਼ਵਾਸ, ਸੱਭਿਆਚਾਰ ਵਿਰਾਸਤ ਨੂੰ ਸੁਰੱਖਿਅਤ ਕਰਨ ਤੋਂ ਇਲਾਵਾ ਜਨਜਾਤੀय ਸਮੁਦਾਇ ਦਾ ਲਾਭ ਲੈਂਦਿਆਂ ਧਰਮ ਪਰਿਵਰਤਨ ਕੀਤੇ ਜਾਣ ਨੂੰ ਰੋਕਣ ਲਈ ਵੱਡੀ ਮੁਹਿੰਮ ਚਲਾਈ। 1997 में मैंने अंडर सेक्रेटरी होकर के नौकरी से रिटायर किया अक्टूबर 1997 में, लेकिन अक्टूबर, नवंबर, दिसंबर मास में मेरा सर्विस से रिटायर किया ऐसा जान कर के मेरा समाज में मुझे समाजपति बनाया। समाजपति मैंने एंटायर त्रिपुरा का जितना हमारा जनजाति समाज है उनका चीफ बनाया। वो चीफ में बनाने के बाद में उनके बहुत समाज का काम करने के लिए, हित करने के लिए बहुत काम करना पड़ता है। ऐसा देख के लेकिन काम करने मौका कहाँ, तब त्रिपुरा में जंगल राजत्व चल रहा है, एक्सट्रीमिस्ट का राजत्व, पर्टिकुलरली अंडरग्राउंड एनएलएफटी एटीटीएफ करके वो अपहरण करते हैं, किडनैप करते हैं, टैक्स कलेक्ट करते हैं, मार्च के लिए टैक्स करते हैं, गवर्नमेंट कुछ बाधा नहीं दे पा रहा है उसको, ऐसा हो रहा है। त्रिपुरा का जनजीवन तब सकाल आपका सुबह गौर से निकलने गौर में शाम में गौर में पहुंचा जाए क्या, ऐसा बहुत चिंतन करना पड़ता है। तब इतना टेरर टेंसिस अवस्था में थे, तो मैंने कम्युनिटी चीफ का दायित्व मिला। दायित्व लेने के कम्युनिटी का बाला मंद देखने के दायित्व तो हो गया। ऐसा करके हाउ टू चेक दिस टेरर प्रॉब्लम, हाउ टू चेक दिस सिचुएशन, ऐसा करके मैंने घुमा करके देखा। बाद में उनको जितना खाजना, जितना अत्याचार कर रहे थे, इनका ज़्यादा कन्वर्सन, धर्मांतरित करना, हमारा पूजा पार्वण के बाधा देना, ऐसा ही होला उनका बड़ा काम। ऐसा देख करके अच्छा ऐसा प्रोटेक्ट करने के लिए मेरा एक समाज के साथ तो नहीं चलेगा। ऐसा करके मैंने त्रिपुरा का जो तो सनातन धर्मी उनको इकट्ठा करके सनातन धर्म परिषद बनाया। मेरा ऑपरेशन है टाइम में एनएलएफटी को वहाँ पर त्रिपुरा से बाहर निकलने के लिए जो ऑपरेशन किया, मैं खुद सामने उनके सामने सीआरपीएफ, TSR जवान, असम राइफल के जवान, मेरा पीछे मेरा वॉलंटियर, तार पर सिक्योरिटी फोर्स, ऐसा करके जंगल रात दिन सब त्रिपुरा से बाहर निकाल दिया। ਬਿਕਰਮ ਬਹਾਦਰ ਜਮਾਤੀਆ ਨੇ ਇੱਕ ਸਰਕਾਰੀ ਕਰਮਚਾਰੀ ਦੇ ਰੂਪ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ, ਪਰ ਬਾਅਦ ਦੇ ਸਾਲਾਂ 'ਚ ਉਹਨਾਂ ਨੇ ਜਨਜਾਤੀ ਇਲਾਕਿਆਂ ਵਿੱਚ ਅੱਤਵਾਦ ਵਿਰੁੱਧ ਸਖਤ ਮੁਹਿੰਮ ਸ਼ੁਰੂ ਕੀਤੀ। ਲਗਾਤਾਰ ਅੱਤਵਾਦੀ ਸੰਗਠਨਾਂ ਵੱਲੋਂ ਧਮਕਾਏ ਜਾਣ ਦੇ ਬਾਵਜੂਦ ਉਹ ਆਪਣੇ ਮਿਸ਼ਨ ਤੇ ਡਟੇ ਰਹੇ। ਹੌਲੀ-ਹੌਲੀ ਜਨਜਾਤੀ ਸਮੁਦਾਇ ਦਾ ਸਮਰਥਨ ਵੀ ਉਹਨਾਂ ਨੂੰ ਮਿਲਣ ਲੱਗਾ ਅਤੇ ਉਹਨਾਂ ਦੀ ਇਹ ਮੁਹਿੰਮ ਜਨਜਾਤੀ ਸਮੁਦਾਇ 'ਚ ਇੱਕ ਬਹੁਤ ਵੱਡਾ ਬਦਲਾਅ ਲੈ ਕੇ ਆਈ। हमने विक्रम बहादुर जमातिया जी के विषय में सुना भी है
और हम वहाँ उस पूर्वोत्तर के क्षेत्र में गए भी है, उनके कार्य को जाना है, समझा है, उनका प्रभाव देखा है कि वहाँ पर एक समय था कि बहुत बड़ी मात्रा में हिंसक गतिविधियां चलती थी। समाज के युवा हिंसा को लेकर के आगे बढ़ रहे थे और सरकार और समाज के बीच में तनाव था। ऐसे समय में विक्रम बहादुर जमातिया जी ने अपने समाज के लोगों को, जनजाति समाज को प्रेरित किया और एक स्वस्थ समाज बनाने के लिए उन्होंने जो प्रयास किया है, वो सचमुच पूर्वोत्तर में जो आज शांति दिखाई दे रही है, उसमें विक्रम बहादुर जमातिया जी और तथा इस तरह के अनेक सामाजिक संगठन जो उनके साथ मिले या जिन्होंने उस तरह के कार्य किए, उसका परिणाम आज पूरे पूर्वोत्तर में देखने को मिल रहा है, त्रिपुरा में भी देखने को मिल रहा है। तो हम विक्रम बहादुर जी के कार्यों की सराहना करते हैं। ਵਿਕਰਮ ਬਹਾਦਰ ਜਮਾਤੀਆਂ ਨੇ ਉਸ ਦੌਰ ਵਿੱਚ ਜ਼ਮੀਨੀ ਪੱਧਰ ਤੇ ਉਤਰ ਕੇ ਕੰਮ ਕੀਤਾ ਜਦ ਤ੍ਰਿਪੁਰਾ 'ਚ ਅੱਤਵਾਦ ਚਰਮ ਤੇ ਸੀ। ਸ਼ਕਤੀਸ਼ਾਲੀ ਅੱਤਵਾਦੀਆਂ ਵਿਰੁੱਧ ਲੋਕਾਂ ਦਾ ਅੰਦੋਲਨ ਚਲਾ ਕੇ ਸ਼ਾਂਤੀ ਸਥਾਪਨਾ ਦਾ ਕੰਮ ਕੀਤਾ ਅਤੇ ਜਮਾਤੀਆ ਸਮੁਦਾਇ ਦੀ ਸੁਰੱਖਿਆ ਅਤੇ ਵਿਕਾਸ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਸਮਾਜਿਕ ਕਾਰਜਕਰਤਾ ਵਿਕਰਮ ਬਹਾਦਰ ਜਮਾਤੀਆਂ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। गजानन जगन्नाथ माने समाजिक कार्यकर्ता महाराष्ट्र। कई बार कुष्ठ रोगियों ਨੂੰ ਬਿਮਾਰੀ ਦੇ ਨਾਲ-ਨਾਲ ਸਮਾਜ ਨਾਲ ਵੀ ਲੜਨਾ ਪੈਂਦਾ ਹੈ, ਪਰ ਇਸ ਤਰ੍ਹਾਂ ਸਹੀ ਇਲਾਜ ਦੇ ਨਾਲ-ਨਾਲ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਬਹੁਤ ਸਾਰੀ ਹੱਲਾਸ਼ੇਰੀ ਦੀ ਅਤੇ ਸਮਰਥਨ ਦੀ। ਇਸ ਸਾਬਕਾ ਸੈਨਿਕ ਨੇ ਕੁਸ਼ਟ ਰੋਗੀਆਂ ਦੇ ਮੁੜ ਵਸੇਬੇ ਅਤੇ ਉਹਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਜੀ ਹਾਂ, ਜਦ ਅਜਿਹੇ ਸਮਾਜਿਕ ਕਾਰਜਕਰਤਾ ਇਸ ਵਚਨ ਦੇ ਨਾਲ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਨੇ ਤਾਂ ਲਾਈਨ 'ਚ ਖੜੇ ਆਖਰੀ ਇਨਸਾਨ ਨੂੰ ਵੀ ਮਿਲਦਾ ਹੈ ਸਨਮਾਨ ਨਾਲ ਜੀਣ ਦਾ ਅਧਿਕਾਰ। ਗਜਾਨਨ ਜਗਨਨਾਥ ਮਾਨੇ ਇੱਕ ਸਾਬਕਾ ਸੈਨਿਕ ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੋਂ ਬਾਅਦ ਰਿਟਾਇਰਮੈਂਟ ਤੇ ਜੀਵਨ ਦੇ ਦੂਜੇ ਪੜਾਅ ਨੂੰ ਦਿੱਤਾ ਇੱਕ ਨਵਾਂ ਮਕਸਦ, ਲੋਕ ਸੇਵਾ। ਲੋਕਾਂ ਦੇ ਅਥਰੂ ਪੂੰਝਣ, ਸਾਰਿਆਂ ਦੀ ਹਰ ਤਰ੍ਹਾਂ ਦੀ ਮਦਦ ਕਰਨਾ ਜਿਸ ਵਿੱਚ ਸ਼ਾਮਿਲ ਹੈ। ਸਮਾਜ ਦੇ ਉਹਨਾਂ ਲੋਕਾਂ ਦੀ ਭਲਾਈ ਜਿਸ ਤੋਂ ਸਾਰੇ ਦੂਰ ਭੱਜਦੇ ਨੇ। ਕੁਸ਼ਟ ਰੋਗੀਆਂ ਨੂੰ ਸਮਾਜ ਵਿੱਚ ਸਵੀਕਾਰ ਕਰਨ ਦਾ ਸਨਮਾਨ ਦਿਵਾਉਣਾ ਆਪਣੇ ਜੀਵਨ ਦਾ ਟੀਚਾ ਮੰਨ ਲਿਆ। मैंने जब ये लेप्रोसी का काम चालू किया, मैंने सोचा नहीं था कि मैं इस पद तक पहुंच सकता हूं, इसके काबिल हो सकता हूं। लेकिन जिस दिन राष्ट्रपति जी ने मेरे नाम की घोषणा की, आई वॉज वेरी हैप्पी। लेकिन उस समय मैं सबसे पहले मेरे आँखों के सामने आए तो जिनके लिए मैंने काम किया, जिन्होंने मेरी सेवा मंजूर की, उनकी वजह से मैं यहाँ तक पहुँचा हूँ, उनकी याद आई। मैंने 1976 में मेरा नेवी का जो टेन्योर था वो पूरा करके मैं जब बाहर आया, मैंने फिर एक निर्णय लिया कि मैंने अगर आगे कुछ करना ही है तो देश के लिए काम करना है, क्योंकि मैं एक सैनिक हूँ और सैनिक का एक फ़र्ज बनता है, भले वो रिटायर्ड हो लेकिन जो सौगंध दी जाती है वो सौगंध उसने नहीं भूलनी चाहिए। तो इसलिए मैंने फ़ैसला किया कि मैंने लेप्रोसी में काम करने का है, उनको समाज में लाने का है, उनको जो बीमारी है उससे मुक्त करने का है और उनका पूरा फैमिली का, उनके परिवार का उत्कर्ष करना है। ये जो स्टिग्मा है, एक कलंक इनके नाम पे लगा है कोड़ी की बीमारी का, उसके उनको निकालना है और उसको निकालने के लिए जो भी करना पड़ेगा मैं ज़रूर करूँगा। और फिर मैंने धीरे जब मेरा काम चालू किया तो मुझे मालूम पड़ा कि उन लोगों में भी जीने की एक आशा है, लेकिन समाज ने जो अन्याय उनके ऊपर किया है उससे बाहर निकलना ज़रूरी था। मैंने काम चालू किया और आज मैं देख रहा हूँ कि मेरे जो लेप्रोसी पेशेंट्स हैं, उनके बच्चे हैं, वो आम समाज में जाते हैं, आम समाज वाले हमारे कैंपस में आते हैं, बैठते हैं, बातें करते हैं। 1990 ਤੋਂ ਕੁਸ਼ਟ ਰੋਗੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ 'ਚ ਲੱਗੇ ਹੋਏ ਨੇ ਗਜਾਨਨ ਮਾਨੇ। ਉਹਨਾਂ ਲਈ ਇੱਕ ਵਿਸ਼ੇਸ਼ ਕਲੋਨੀ ਸਥਾਪਿਤ ਕੀਤੀ। ਦਵਾਈਆਂ, ਰੁਜ਼ਗਾਰ, ਉਹਨਾਂ ਦੇ ਘਰਾਂ ਨੂੰ ਜੋੜਨ ਵਾਲੀਆਂ ਸੜਕਾਂ ਦਾ ਨਿਰਮਾਣ, ਉਹਨਾਂ ਦੇ ਖੇਤਰ ਵਿੱਚ ਸਰਕਾਰੀ ਲਾਇਸੈਂਸਸ਼ੁਦਾ ਖਾਣ-ਪੀਣ ਵਾਲੀਆਂ ਦੁਕਾਨਾਂ,
ਪਾਣੀ ਦੀ ਆਪੂਰਤੀ, ਮਹਿਲਾਵਾਂ ਲਈ ਸਿਲਾਈ ਮਸ਼ੀਨਾਂ, ਸਿੱਖਿਆ ਪ੍ਰਤੀ ਜਾਗਰੂਕਤਾ ਆਦਿ ਕਦਮ ਵੀ ਚੁੱਕੇ। ਕੁਸ਼ਟ ਰੋਗੀਆਂ ਨੂੰ ਉਹਨਾਂ ਦੀਆਂ ਬਿਮਾਰੀਆਂ ਨਾਲ ਲੜਨ ਲਈ ਹਿੰਮਤ ਦੇਣ ਦੇ ਨਾਲ-ਨਾਲ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦਾ ਕੰਮ ਵੀ ਕਰਦੇ ਰਹੇ। ਜਿਨ੍ਹਾਂ ਕੁਸ਼ਟ ਰੋਗੀਆਂ ਤੋਂ ਲੋਕੀ ਦੂਰ ਭੱਜਦੇ ਨੇ, ਗਜਾਨਨ ਮਾਨੇ ਨੇ ਨਾ ਸਿਰਫ ਉਹਨਾਂ ਦਾ ਹੱਥ ਫੜਿਆ ਬਲਕਿ ਉਹਨਾਂ ਦੇ ਦਿਲ ਨੂੰ ਵੀ ਛੂ ਲਿਆ। ਸਾਰਿਆਂ ਲਈ ਉਹ ਨੇ ਡੋਂਬੀ ਵਲੀਕਰ ਕਾਕਾ। मुझे ये जान के बड़ी खुशी है कि गजानन माना जी को पद्मश्री मिल रहा है। उन्होंने कुष्ठ के लिए यानी लेप्रेसी के लिए जो काम किया है वो काबिल-दीद है। ये एक ऐसी बीमारी है जिसको कि अभी भी हिंदुस्तान में काफ़ी ज़्यादा फैली हुई है और हमारा फ़र्ज़ है कि जिस तरीके से भी हो इसको ना सिर्फ ट्रीट ही करें यानी बल्कि उसको प्रिवेंट करने की कोशिश करें। ਕੁਸ਼ਟ ਰੋਗੀਆਂ ਦਾ ਇਲਾਜ, ਉਹਨਾਂ ਦਾ ਮੁੜ ਵਸੇਬਾ ਅੱਜ ਵੀ ਕਈ ਦੇਸ਼ਾਂ 'ਚ ਇੱਕ ਚੁਣੌਤੀ ਹੈ। ਉਹਨਾਂ ਨੂੰ ਅੱਜ ਵੀ ਸਮਾਜਿਕ ਬਹਿਸ਼ਕਾਰ, ਢਾਂਚਾਗਤ ਭੇਦਭਾਵ ਅਤੇ ਸੰਗਠਨਾਤਮਕ ਨਜ਼ਰਅੰਦਾਜ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਗਜਾਨਨ ਜਗਨਨਾਥ ਮਾਨੇ ਨੇ ਕੁਸ਼ਟ ਰੋਗੀਆਂ ਦੇ ਵਿਚਕਾਰ ਜਾ ਕੇ ਉਹਨਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੀ ਆਪਣਾ ਟੀਚਾ ਬਣਾ ਲਿਆ। ਇਸ ਸੈਨਿਕ ਨੇ ਦੇਸ਼ ਸੇਵਾ ਨੂੰ ਦਿੱਤੀ ਇੱਕ ਨਵੀਂ ਸੇਧ। ਸਮਾਜਿਕ ਸੇਵਾ ਲਈ ਗਜਾਨਨ ਜਗਨਨਾਥ ਮਾਨੇ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਸ਼ੁਭਕਾਮਨਾਵਾਂ। ਪਾਲਮ ਕਲਿਆਣ ਸੁੰਦਰਮ ਲਾਇਬ੍ਰੇਰੀ ਵਿਗਿਆਨ 'ਚ ਸੋਨ ਤਮਗਾ ਜੇਤੂ, ਭਾਰਤ ਦੇ ਸਰਵਸ਼੍ਰੇਸ਼ਠ ਲਾਇਬ੍ਰੇਰੀਅਨ ਦਾ ਪੁਰਸਕਾਰ ਪ੍ਰਾਪਤ ਕਰ ਚੁੱਕੇ ਨੇ। ਉਹ ਇੱਕ ਸਵੈ ਸੇਵੀ ਸੰਸਥਾ ਵੀ ਚਲਾਉਂਦੇ ਨੇ। ਵਿਸ਼ਵ ਭਰ 'ਚ ਕਈ ਪੁਰਸਕਾਰ ਇਹਨਾਂ ਨੇ ਪ੍ਰਾਪਤ ਕੀਤੇ ਨੇ, ਲੇਕਿਨ ਇਸ ਦੇ ਬਾਵਜੂਦ ਇੱਕ ਉਹ ਸਮਾਂ ਸੀ ਜਦ 2 ਵੇਲੇ ਦੇ ਖਾਣੇ ਲਈ ਹੋਟਲ 'ਚ ਬਤੌਰ ਵੇਟਰ ਕੰਮ ਕੀਤਾ। ਕਿਉਂਕਿ ਮਹੀਨੇਦਾਰ ਮਹੀਨੇ ਉਹ ਆਪਣਾ ਸਾਰਾ ਵੇਤਨ, ਆਪਣੀ ਸਾਰੀ ਕਮਾਈ ਗਰੀਬਾਂ ਨੂੰ ਦਾਨ ਦਿੰਦੇ ਆਏ ਨੇ। ਆਪਣੀ ਸਾਰੀ ਜਮ੍ਹਾਂ ਪੂੰਜੀ, ਆਪਣੀ ਪੈਤ੍ਰਿਕ ਸੰਪत्ति, ਗਹਿਣੇ, ਸਭ ਕੁਝ ਇਹਨਾਂ ਨੇ ਜ਼ਰੂਰਤਮੰਦਾਂ ਵਿੱਚ ਵੰਡ ਦਿੱਤਾ। ਇੱਕ ਬੇਹੱਦ ਆਮ ਇਨਸਾਨ ਜਿਨ੍ਹਾਂ ਨੇ ਨੇਕੀ ਦੀ ਅਜਿਹੀ ਲੌ ਜਲਾਈ ਕਿ ਮਿਸਾਲ ਮਿਲਣਾ ਬੇਹੱਦ ਮੁਸ਼ਕਿਲ ਹੈ। ਅਣਜਾਣ ਵਿਅਕਤੀਆਂ ਦੇ ਲਈ ਆਪਣਾ ਸਭ ਕੁਝ ਨਿਸ਼ਾਵਰ ਕਰ ਦੇਣਾ, ਅਜਿਹੇ ਉਦਾਹਰਨ ਵਿਰਲੇ ਹੀ ਦੇਖਣ ਨੂੰ ਮਿਲਦੇ ਨੇ। ਅਜਿਹਾ ਹੈ ਚੇਨਈ, ਤਾਮਿਲਨਾਡੂ 'ਚ 81 ਸਾਲਾ ਸੇਵਾ ਮੁਕਤ ਲਾਇਬ੍ਰੇਰੀਅਨ ਅਤੇ ਸਮਾਜਿਕ ਕਾਰਜਕਰਤਾ ਪਾਲਮ ਕਲਿਆਣ ਸੁੰਦਰਮ ਦਾ ਬਲੀਦਾਨ, ਜਿਨ੍ਹਾਂ ਨੇ 6 ਦਹਾਕਿਆਂ 'ਚ ਜੋ ਕੁਝ ਕਮਾਇਆ ਸਾਰਾ ਦਾਨ ਕਰ ਦਿੱਤਾ। ਗਰੀਬ ਅਨਾਥ ਬੱਚਿਆਂ ਦੇ ਦੁੱਖ ਨੂੰ ਦੇਖ ਕੇ ਕਲਿਆਣ ਸੁੰਦਰਮ ਵਿਚਲਿਤ ਹੋ ਜਾਂਦੇ ਨੇ। ਉਹਨਾਂ ਨੇ ਪੜ੍ਹਾਈ ਕਰਦੇ ਸਮੇਂ ਹੀ ਅਜਿਹੇ ਬੱਚਿਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਪਹਿਲੀ ਤਨਖਾਹ ਦਾ ਇੱਕ ਹਿੱਸਾ ਦਾਨ ਵਿੱਚ ਦਿੰਦੇ ਸੀ, ਫਿਰ ਪੂਰੀ ਤਨਖਾਹ ਦੇਣ ਲੱਗੇ। ਆਪਣਾ ਰੁਜ਼ਗਾਰ ਚਲਾਉਣ ਲਈ ਕਦੀ ਵੇਟਰ ਤੇ ਕਦੀ ਰੇਲਵੇ ਸਟੇਸ਼ਨ ਤੇ ਕੰਮ ਕਰਨ ਲੱਗੇ। ਜਦੋਂ ਉਹਨਾਂ ਦੀ ਪ੍ਰਸਿੱਧੀ ਵਧਣ ਲੱਗੀ, ਸਨਮਾਨ ਮਿਲਣ ਲੱਗੇ, ਉਹ ਇਨਾਮ ਦੀ ਰਾਸ਼ੀ ਵੀ ਦਾਨ ਕਰਨ ਲੱਗੇ। ਅੱਜ ਵੀ ਹਰ ਮਹੀਨੇ ਮਿਲਣ ਵਾਲੀ ਪੈਨਸ਼ਨ ਸਮਾਜ ਸੇਵਾ 'ਚ ਹੀ ਲਗਾ ਦਿੰਦੇ ਨੇ। 1953 ਆਂਡਾ ਅਗਸਤ 15 ਦੇ 1 ਸਾਲ ਦੀ ਉਮਰ 'ਚ ਮੈਂ ਤੇ ਮੇਰੇ ਭਰਾ ਨੇ ਆਪਣੇ ਪਿਤਾ ਨੂੰ ਗਵਾ ਲਿਆ। ਮੈਨੂੰ ਤੇ ਮੇਰੇ ਭਰਾ ਨੂੰ ਸਾਡੀ ਮਾਂ ਨੇ ਪਾਲਿਆ। ਮੇਰੀ ਮਾਂ ਨੇ ਮੈਨੂੰ ਹਮੇਸ਼ਾ ਸਿਖਾਇਆ ਕਿ ਕਦੀ ਲਾਲਚੀ ਨਾ ਬਣੋ, ਹਮੇਸ਼ਾ ਆਪਣੇ ਪੈਸੇ ਦਾ ਇੱਕ ਹਿੱਸਾ ਜ਼ਰੂਰਤਮੰਦ ਲੋਕਾਂ ਦੇ ਨਾਲ ਸਾਂਝਾ ਕਰੋ ਅਤੇ ਹਮੇਸ਼ਾ ਕਿਸੇ ਜ਼ਰੂਰਤਮੰਦ ਵਿਅਕਤੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ। ਮੈਂ ਆਪਣਾ ਸਮਾਜਿਕ ਕਾਰਜ 14 ਸਾਲ ਦੀ ਉਮਰ 'ਚ 15 ਅਗਸਤ 1953 'ਚ ਸ਼ੁਰੂ ਕੀਤਾ। ਮੈਂ ਪਿਛਲੇ 70 ਸਾਲਾਂ ਤੋਂ ਇੱਕ ਸਮਾਜਿਕ ਕਾਰਜ ਕਰਤਾ ਹਾਂ। ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਇਸ ਗੱਲ ਤੋਂ ਹੈਰਾਨ ਸਨ ਕਿ ਇਸ ਵਿਅਕਤੀ ਨੇ 20 ਕਰੋੜ ਚੋਂ ਇੱਕ ਪੈਸਾ ਵੀ ਨਹੀਂ ਲਿਆ। ਮੈਂ ਪਿਛਲੇ 70 ਸਾਲਾਂ ਤੋਂ ਲੋਕਾਂ ਦੀ ਮਦਦ ਕਰ ਰਿਹਾ। ਮੈਨੂੰ ਲੋਕਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ। ਤੁਹਾਡਾ ਯੋਗਦਾਨ ਪੱਧਰ ਤੁਹਾਡੀ ਕਮਾਈ ਦਾ 1% ਹੋ ਸਕਦਾ ਹੈ। ਮੈਂ ਕਿਸੇ ਤੋਂ 1% ਤੋਂ ਵੱਧ ਨਹੀਂ ਮੰਗਾਂਗਾ। ਭਾਰਤ ਸਰਕਾਰ ਨੇ ਮੇਰੇ ਸਮਾਜਿਕ ਕੰਮਾਂ ਲਈ ਪਦਮ ਸ਼੍ਰੀ ਪੁਰਸਕਾਰ ਦਿੱਤਾ ਹੈ। ਮੈਂ 140 ਕਰੋੜ ਲੋਕਾਂ ਵਿਚਕਾਰ ਇਸ ਪੁਰਸਕਾਰ ਨੂੰ ਪ੍ਰਾਪਤ ਕਰਕੇ ਸਨਮਾਨਿਤ ਮਹਿਸੂਸ ਕਰ ਰਿਹਾ। ਹਾਲਾਂਕਿ ਪਾਲਮ ਕਲਿਆਣ ਸੁੰਦਰਮ ਨੇ ਜੀਵਨ ਵਿੱਚ ਬਹੁਤ ਸੰਘਰਸ਼ ਵੇਖਿਆ। 1 ਸਾਲ ਦੇ ਸਨ ਜਦ ਪਿਤਾ ਦਾ ਦੇਹਾਂਤ ਹੋ ਗਿਆ। ਮਾਂ ਨੇ ਪਾਲ ਪੋਸ ਕੇ ਵੱਡਾ ਕੀਤਾ ਅਤੇ 3 ਮੰਤਰ ਸਿਖਾਏ।
ਕਦੀ ਲਾਲਚ ਨਾ ਕਰਨਾ, ਆਪਣੀ ਕਮਾਈ ਦਾ 10ਵਾਂ ਹਿੱਸਾ ਕਿਸੇ ਨੇਕ ਕੰਮ ਵਿੱਚ ਖਰਚ ਕਰੋ ਅਤੇ ਰੋਜ਼ ਘੱਟੋ-ਘੱਟ ਇੱਕ ਚੰਗਾ ਕੰਮ ਕਰੋ। ਕਲਿਆਣ ਸੁੰਦਰਮ ਨੇ ਤਾਂ ਮਾਂ ਦੀ ਸਿੱਖਿਆ ਤੋਂ ਥੋੜਾ ਅੱਗੇ ਵੱਧ ਕੇ ਕੰਮ ਕੀਤਾ ਅਤੇ ਨਾਲ ਹੀ ਲੱਖਾਂ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ। 1998 ਵਿੱਚ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਸੰਸਥਾ ਪਾਲਮ ਦੀ ਸ਼ੁਰੂਆਤ ਕੀਤੀ, ਜਿਹੜੀ ਡੋਨਰਜ਼ ਅਤੇ ਬੈਨੀਫੀਸ਼ੀਅਰੀ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦੀ ਹੈ। ਬੱਚਿਆਂ ਦੀ ਸਿੱਖਿਆ, ਬਿਮਾਰ ਲੋਕਾਂ ਦਾ ਇਲਾਜ, ਵਿਕਲਾਂਗ ਲੋਕਾਂ ਦੀ ਮਦਦ, ਹਰ ਜ਼ਰੂਰਤਮੰਦ ਦੀ ਜ਼रूरत ਦੇ ਪ੍ਰति हमेशा तैयार। अच्छा काम करने वाले व्यक्ति या समाज या संस्थाएं धनाभाव के कारण अच्छा काम नहीं कर पाती। ऐसी स्थिति में पालम कल्याण सुंदरम जी ने अपनी ओर से दान देने का एक बड़ा रिकॉर्ड तैयार किया। छोटी बड़ी संस्थाओं को दान दिया। अपने ऊर्जा से कमाए हुए धन को सामाजिक कार्यों के लिए खर्च करना, ये सचमुच एक बड़ी प्रेरणा है। ਕਲਿਆਣ ਸੁੰਦਰਮ ਜੀਵਨ ਭਰ ਅਵਿਵਾਹਿਤ ਰਹੇ ਤਾਂ ਕਿ ਤਨ ਮਨ ਧਨ ਨਾਲ ਸਿਰਫ ਲੋਕ ਸੇਵਾ ਕਰ ਸਕਣ। ਉਹ ਇਸ ਸੰਸਾਰ ਤੋਂ ਸੇਵਾ ਕਰਦੇ ਹੋਏ ਜਾਣਾ ਚਾਹੁੰਦੇ ਨੇ ਅਤੇ ਇਸ ਲਈ ਉਹਨਾਂ ਨੇ ਆਪਣੇ ਅੰਗ ਅਤੇ ਅੱਖਾਂ ਦਾਨ ਕਰਨ ਦੀ ਸਹੁੰ ਚੁੱਕੀ ਹੋਈ ਹੈ। ਇਸ ਮਹਾਦਾਨੀ ਦੀ ਜੀਵਨ ਯਾਤਰਾ ਹਰ ਵਿਅਕਤੀ ਨੂੰ ਪ੍ਰੇਰਿਤ ਕਰਦੀ ਹੈ ਕਿ ਛੋਟਾ ਹੀ ਸਹੀ ਪਰ ਸਮਾਜ ਲਈ ਕੁਝ ਨਾ ਕੁਝ ਯੋਗਦਾਨ ਜ਼ਰੂਰ ਕਰਨਾ ਚਾਹੀਦਾ ਹੈ। समाजिक कार्यकर्ता पालम कल्याण सुंदरम ਨੂੰ पद्म श्री पुरस्कार ਲਈ हार्दिक ਵਧਾਈ। ਪਾਣੀ ਇਕੱਠਾ ਕਰਨਾ, ਪਾਣੀ ਦੀ ਸੁਰੱਖਿਆ ਅਤੇ ਭੂਮੀ ਜਲ ਬਚਾਉਣ ਲਈ ਅੱਜ ਜੰਗੀ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਅੱਜ ਵੀ ਜਲ ਰੱਖਿਆ ਲਈ ਭਾਰਤ ਦੇ ਪੁਰਾਤਨ ਤਰੀਕੇ ਬੇਹੱਦ ਕਾਰਗਰ ਨੇ। ਇਹ ਗੱਲ ਸਾਬਿਤ ਕੀਤੀ ਹੈ ਉਮਾ ਸ਼ੰਕਰ ਪਾਂਡੇ ਨੇ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਅੱਜ ਜਲ ਰੱਖਿਆ 'ਚ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ। ਹੇਠ ਪਰ ਮੇੜ, ਮੇੜ ਪਰ ਪੇੜ ਦਾ ਮੰਤਰ ਉਹਨਾਂ ਨੇ ਨਾ ਸਿਰਫ ਪੂਰੇ ਦੇਸ਼ ਨੂੰ ਦਿੱਤਾ ਹੈ, ਬਲਕਿ ਉਹਨਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਪੂਰੇ ਵਿਸ਼ਵ ਭਰ 'ਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ 'ਚ ਵੀ ਉਹਨਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਜਲ ਰੱਖਿਆ ਬਾਰੇ ਭਾਰਤ ਦੀਆਂ ਪਰੰਪਰਾਗਤ ਨੀਤੀਆਂ ਅੱਜ ਵੀ ਕਾਰਗਰ ਨੇ ਅਤੇ ਜੇਕਰ ਮਨ ਵਿੱਚ ਧਾਰ ਲਿਆ ਜਾਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਇਹ ਲਾਈਨਾਂ ਸਿੱਧ ਕਰਦੀਆਂ ਨੇ ਉਮਾ ਸ਼ੰਕਰ ਪਾਂਡੇ ਨੂੰ, ਜਿਨ੍ਹਾਂ ਨੂੰ ਜਲ ਦਾ ਪਹਿਰੇਦਾਰ, ਜਲ ਯੋਧਾ, ਪਾਣੀ ਦਾ ਪਹਿਰੇਦਾਰ ਅਤੇ ਭਗੀਰਥੀ ਦੇ ਨਾਲ-ਨਾਲ ਵੀ ਜਾਣਿਆ ਜਾਂਦਾ ਹੈ। ਸੋਕੇ ਦੀ ਮਾਰ ਝੇਲ ਰਹੇ ਬੁੰਦੇਲਖੰਡ ਦਾ ਬਾਂਦਾ ਪਿੰਡ ਅੱਜ ਜਲ ਗ੍ਰਾਮ ਦੇ ਨਾਂ ਨਾਲ ਮਸ਼ਹੂਰ ਹੈ। ਉਮਾ ਸ਼ੰਕਰ ਪਾਂਡੇ ਦੀ 30 ਵਰਿਆਂ ਦੀ ਮਿਹਨਤ ਅਤੇ ਦ੍ਰਿੜ ਸੰਕਲਪ ਦਾ ਨਤੀਜਾ ਹੈ ਕਿ ਗਰਮੀ ਵਿੱਚ ਵੀ ਜਖਣੀ ਪਿੰਡ ਦੇ ਪਾਣੀ ਦੇ ਜ਼ਖੀਰੇ, ਤਲਾਬਾਂ 'ਚ, ਖੂਹਾਂ 'ਚ ਪਾਣੀ ਰਹਿੰਦਾ ਹੈ। ਉਮਾ ਸ਼ੰਕਰ ਪਾਂਡੇ ਨੇ ਹੇਠ ਪਰ ਮੇੜ, ਮੇੜ ਪਰ ਪੇੜ ਦਾ ਮੰਤਰ ਪੂਰੇ ਦੇਸ਼ ਨੂੰ ਦਿੱਤਾ ਹੈ। मेरा जन्म जो हुआ एक सामाजिक परिवार में हुआ है, तो सामाजिक परिवार में जब व्यक्ति का प्रवेश होता है तो वहाँ समाज की चिंता भी उसे होती है। तो पानी की चिंता और पेड़ की चिंता, ये आज की चिंता नहीं, ये सदियों काल से चिंता रही है। और पानी के लिए महाराज भागीरथ ने जो प्रयास किया गंगा को लाने के लिए, भले ही आज वो गंगा को बचाने के लिए हजारों भागीरथ की ज़रूरत हो, लेकिन उन भागीरथ को भी नहीं भूल सकते हम। पानी तो बनाया नहीं जा सकता, पानी केवल बचाया जा सकता है। अगर आप गांव को पानीदार बनाना चाहते हैं, अपने क्षेत्र को पानीदार बनाना चाहते हैं, तो पुरखों ने जो विधि बनाई है, मेड़बंदी करिए और मेड़ पर पेड़ लगाइए। और आदिकाल से पहले से भी जब हमारे यहाँ बांध नहीं आया था, तब भी हमारे गांव में, हमारे क्षेत्रों में बड़े बड़े बंधवा होते थे, बंदियाँ होती थी, और उसी का छोटा रूप है मेड़बंदी। खेत में मेड़ बनाइए और मेड़ पर पेड़ लगाइए। नहीं पेड़ लगाते तो अरहर लगाइए, तो आपको दाल भी मिलेगी। हमारा मानना यह भी है कि तुलसी लगाइए, आप आंवला लगाइए, आप करौंदा लगाइए, नींबू लगाइए, औषधीय पेड़ लगाइए। मेड़बंदी पर फिर प्रधानमंत्री जी ने एक पत्र लिखा पूरे देश भर के प्रधानों को कि भाई मेड़बंदी करके और परंपरागत जो जल संरक्षण के उपाय हमारे पुरखों के हैं, उनके अनुसार पानी रोकने का काम किया जाए। मेरा जो प्रयास है जल बचाने की दिशा में समुद्र में एक बूंद के बराबर है। मैं देश के माननीय प्रधानमंत्री जी, भारत सरकार को, उत्तर प्रदेश के माननीय मुख्यमंत्री योगी आदित्यनाथ जी को और पद्म सम्मान समिति के जो सदस्य हैं, चयन समिति के, उन सबका आभार व्यक्त करता हूँ, उन सबको धन्यवाद देता हूँ। और साथ ही मैं उनका आभारी हूँ जो मेरे मित्र मेरे साथ चले थे। अगर वो शायद ना होते तो मैं यहाँ तक नहीं पहुँचता। ਉਮਾ ਸ਼ੰਕਰ ਪਾਂਡੇ ਦਿਵਿਆਂਗ ਨੇ। ਆਪਣੇ ਸਮਾਜਿਕ ਕੰਮਾਂ ਦੀ ਸ਼ੁਰੂਆਤ ਉਹਨਾਂ ਨੇ ਦਿਵਿਆਂਗਜਨਾਂ ਨੂੰ ਸਿੱਖਿਅਤ ਕਰਨ ਤੋਂ ਹੀ ਕੀਤੀ। ਬਾਂਦਾ ਜ਼ਿਲ੍ਹੇ 'ਚ ਪਾਣੀ ਦੀ ਬਹੁਤ ਸਮੱਸਿਆ ਸੀ। ਪਾਣੀ ਲਈ ਲੋਕਾਂ ਨੂੰ ਮੀਲਾਂ ਦੂਰ ਜਾਣਾ ਪੈਂਦਾ ਸੀ।
ਫਿਰ ਉਮਾ ਸ਼ੰਕਰ ਪਾਂਡੇ ਨੇ ਪਾਣੀ ਦੀ ਸਮੱਸਿਆ ਦੂਰ ਕਰਨ ਦਾ ਸੰਕਲਪ ਲਿਆ ਅਤੇ ਪਿੰਡ ਦੇ ਕੁਝ ਲੋਕਾਂ ਨਾਲ ਮਿਲ ਕੇ ਬਿਨਾਂ ਕਿਸੇ ਸਰਕਾਰੀ ਮਦਦ ਦੇ ਇਸ ਮੁਹਿੰਮ ਵਿੱਚ ਜੁਟ ਗਏ। उमा शंकर पांडे बुंदेलखंड के जखनी गांव में बहुत लंबे समय से मेड़बंदी करके किसानों को जोड़ के किसानों के साथ मिलकर उन्होंने अच्छा जल संरक्षण का काम किया। मैं उमा शंकर पांडे को शुभकामना देता हूँ, शुभाशीष देता हूँ। ਉਮਾ ਸ਼ੰਕਰ ਪਾਂਡੇ ਦੀਆਂ 3 ਦਹਾਕਿਆਂ ਦੀਆਂ ਕੋਸ਼ਿਸ਼ਾਂ ਅਤੇ ਸਮੁਦਾਇਕ ਹਿੱਸੇਦਾਰੀ ਦੇ ਕਾਰਨ ਜਖਨੀ ਦੇ ਜਲ ਜ਼ਖੀਰੇ ਦੇ ਮਾਡਲ ਨੇ ਅੱਜ ਦੇਸ਼ ਵਿਦੇਸ਼ ਵਿੱਚ ਪਛਾਣ ਬਣਾਈ ਹੈ। ਜਲ ਯੋਧਾ ਉਮਾ ਸ਼ੰਕਰ ਪਾਂਡੇ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। ਇਹਨਾਂ ਲੋਕਾਂ ਨੇ ਚੁੱਕਿਆ ਉਹ ਪਹਿਲਾ ਕਦਮ, ਜਗਾਈ ਉਹ ਅਲਖ ਜਿਸ ਨਾਲ ਸ਼ੁਰੂਆਤ ਹੋਈ ਕਈ ਸਮਾਜਿਕ ਅੰਦੋਲਨਾਂ ਦੀ। ਇਹਨਾਂ ਦੇ ਨਿਸਵਾਰਥ ਸਮਰਪਣ ਅਤੇ ਬਲੀਦਾਨ ਦੀ ਕਹਾਣੀ ਸਾਡੇ ਸਾਰਿਆਂ ਲਈ ਇੱਕ ਉਦਾਹਰਨ ਹੈ। ਇਹਨਾਂ ਨੇ ਸਮਾਜ ਦੇ ਹਰੇਕ ਵਿਅਕਤੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਉਹ ਬਰਾਬਰ ਅਧਿਕਾਰ ਅਤੇ ਉਸ ਦਾ ਹੱਕ ਇਸ ਸਮਾਜ ਵਿੱਚ ਸਨਮਾਨ ਨਾਲ ਜੀਣ ਦਾ। ਪਦਮ ਪੁਰਸਕਾਰ ਜੇਤੂਆਂ ਦੀਆਂ ਉਪਲਬਧੀਆਂ ਦਾ ਜਸ਼ਨ ਜਾਰੀ ਰਹੇਗਾ। ਫਿਲਹਾਲ ਇਸ ਅੰਕ 'ਚ ਇੰਨਾ ਹੀ। ਮੈਨੂੰ ਅਤੇ ਮੇਰੀ ਪੂਰੀ ਟੀਮ ਨੂੰ ਦਿਓ ਇਜਾਜ਼ਤ। ਨਮਸਕਾਰ।